ਸਾਫ਼ ਹੈ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਟਾਈਲ ਆਫ ਪੋਲਿਟਿਕਸ ਨੂੰ ਡੀਰੇਲ ਕਰ ਦੂ। ਉਹ ਨਹੀਂ ਚਾਹੁੰਦੇ ਕਿ ਸਿੱਖਿਆ ਤੇ ਸਿਹਤ ਦੇ ਪੰਜਾਬ ਦੇ ਵਿੱਚ ਹੁਣ ਤੋਂ ਪਹਿਲਾਂ ਦੱਸੋ ਕਿਹੜਾ ਇਦਾਂ ਦਾ ਸੀਗਾ ਕੋਈ ਡਿਸਪੈਂਸਰੀ ਸੀ ਜਿੱਥੇ ਡਾਕਟਰ ਵੀ ਮਿਲਦੇ ਹੋਣ, ਏਸੀ ਲੱਗੇ ਹੋਣ, ਸਾਫ਼ ਸਫਾਈ ਹੋਵੇ, ਟੈਸਟ ਹੁੰਦੇ ਹੋਣ, ਦਵਾਈਆਂ ਮਿਲਦੀਆਂ ਹੋਣ? ਇੱਕ ਵੀ ਨਹੀਂ ਸੀ। ਹੁਣ ਪੰਜਾਬੀਆਂ ਨੂੰ 100 ਦੇ ਕਰੀਬ ਪਤਾ ਇਸ ਵਕਤ ਇੱਕ ਵੀ ਇਦਾਂ ਦਾ ਸਕੂਲ ਨਹੀਂ ਆ ਵੱਡੇ ਵੱਡੇ ਸ਼ਹਿਰਾਂ 'ਚ ਜਿਹੜਾ ਸਰਕਾਰ ਪ੍ਰਾਈਵੇਟ ਨਾਲੋਂ ਵਧੀਆ ਹੋਵੇ। ਇਹਨੂੰ ਤੁਸੀਂ ਪੋਲੀਟੀਕਲ ਵੈਂਡੇਟਾ ਕਹਿ ਲਓ, ਇਹਨੂੰ ਤੁਸੀਂ ਬੀਜੇਪੀ ਦਾ ਖੌਫ ਕਹਿ ਲਓ, ਬੀਜੇਪੀ ਦਾ ਡਰ ਕਹਿ ਲਓ, ਜੋ ਮਰਜ਼ੀ ਕਹਿ ਸਕਦੇ ਹੋ। ਬਟ ਮੈਂ ਤੁਹਾਨੂੰ ਇੱਕ ਗੱਲ ਦਾ ਯਕੀਨ ਦਿਵਾ ਦਾਂ ਕਿ ਅਸੀਂ ਰੁਕਣ ਵਾਲੇ ਨਹੀਂ ਹਾਂ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਹੋਰਾਂ ਦੇ ਘਰ ਸੀਬੀਆਈ ਦੀ ਰੇਡ ਪੈਂਦੀ ਹੈ ਅਤੇ ਕਾਫੀ ਕਹਿ ਸਕਦੇ ਰਾਜਨੀਤੀ ਗਰਮਾਈ ਹੋਈ ਹੈ। ਤਾਂ ਸਾਡੇ ਨਾਲ ਹਰਜੋਤ ਬੈਂਸ ਜੀ ਕੈਬਨਿਟ ਮੰਤਰੀ ਪੰਜਾਬ ਮੌਜੂਦ ਨੇ। ਬੈਂਸ ਸਾਹਿਬ, ਕਿਸ ਤਰ੍ਹਾਂ ਵੇਖਦੇ ਹੋ ਸੀਬੀਆਈ ਦੀ ਰੇਡ ਪੈਂਦੀ ਹੈ ਦਿੱਲੀ ਦੇ ਉਪ ਮੁੱਖ ਮੰਤਰੀ, ਤੁਹਾਡੀ ਪਾਰਟੀ ਦੇ ਆਗੂ ਨੇ, ਸੀਨੀਅਰ ਆਗੂ ਨੇ ਮਨੀਸ਼ ਸਿਸੋਦੀਆ ਜੀ, ਉਹਨਾਂ ਦੇ ਘਰ ਰੇਡ ਪੈਂਦੀ, ਕਿਸ ਤਰ੍ਹਾਂ ਵੇਖਦੇ ਹੋ? ਦੁਨੀਆ ਦਾ ਜਿਹੜਾ ਸਭ ਤੋਂ ਸ਼ਾਨਦਾਰ ਦੇਸ਼ ਹੈ, ਨੰਬਰ 1 ਕੰਟਰੀ ਹੈ ਅਮਰੀਕਾ, ਜਿਸ ਦੇ ਸਾਹਮਣੇ ਸਾਰੇ ਦੇਸ਼ ਆਪਣਾ ਗੋਡੇ ਟੇਕਦੇ ਨੇ। ਉਸ ਦੇਸ਼ ਦੀ ਸਭ ਤੋਂ ਸ਼ਾਨਦਾਰ ਅਖਬਾਰ ਨਿਊਯਾਰਕ ਟਾਈਮਸ ਦਿੱਲੀ ਦੇ ਸਿੱਖਿਆ ਮਾਡਲ ਉੱਤੇ ਤੇ ਦਿੱਲੀ ਦੇ ਐਜੂਕੇਸ਼ਨ ਮਿਨਿਸਟਰ ਦੀ ਤਾਰੀਫ ਕਰਦੇ ਨੇ। ਭਾਵ ਇਹ ਆ ਕਿ ਉਹ ਕਹਿੰਦੇ ਕਿ ਦਿੱਲੀ ਦੀ ਐਜੂਕੇਸ਼ਨ ਮਿਨਿਸਟਰ ਦੁਨੀਆ 'ਚ ਸਭ ਤੋਂ ਸ਼ਾਨਦਾਰ ਸਿੱਖਿਆ ਮੰਤਰੀ ਹੈ। ਤੇ ਜਿਸ ਦਿਨ ਇਹ ਖਬਰ ਲੱਗਦੀ ਹੈ ਉਸ ਤੋਂ ਅਗਲੀ ਸਵੇਰ ਉਹਨਾਂ ਦੇ ਘਰ ਸੀਬੀਆਈ ਦੀ ਰੇਡ ਪੈ ਜਾਂਦੀ ਹੈ। ਇਸ ਤੋਂ ਜੇ ਤੁਸੀਂ ਹੋਰ ਪਿੱਛੇ ਜਾਓ, 3 ਦਿਨ ਪਹਿਲਾਂ ਅਰਵਿੰਦ ਕੇਜਰੀਵਾਲ ਜੀ ਪੂਰੇ ਦੇਸ਼ ਨੂੰ ਇਹ ਆਹਵਾਨ ਕਰਦੇ ਨੇ ਕਿ ਆਓ ਆਪਾਂ ਇਸ ਮੁਲਕ ਨੂੰ ਨੰਬਰ 1 ਬਣਾਈਏ। ਤੇ ਨੰਬਰ 1 ਬਣਾਉਣ ਦਾ ਕੀ ਏਜੰਡਾ ਹੈ ਕਿ ਅਸੀਂ ਆਪਣੇ ਸਰਕਾਰੀ ਸਕੂਲ ਤੇ ਆਪਣੇ ਹਸਪਤਾਲ, ਯਾਨੀ ਹਰ ਦੇਸ਼ ਦੇ ਹਰ 130 ਕਰੋੜ ਨਾਗਰਿਕ ਨੂੰ ਸਿੱਖਿਆ ਤੇ ਸਿਹਤ ਮੁਫਤ ਮਿਲਣੀ ਚਾਹੀਦੀ ਹੈ ਤੇ ਸ਼ਾਨਦਾਰ ਮਿਲਣੀ ਚਾਹੀਦੀ ਹੈ। ਬੀਜੇਪੀ ਨਹੀਂ ਚਾਹੁੰਦੀ ਕਿ ਦੇਸ਼ ਦੀ ਰਾਜਨੀਤੀ ਸਿੱਖਿਆ ਤੇ ਸਿਹਤ ਤੇ ਚੱਲੇ। ਤੇ ਦਿੱਲੀ ਉਹ ਸੂਬਾ ਹੈ ਜਿਸ ਦੇ ਸਿੱਖਿਆ ਮਾਡਲ ਤੇ ਸਿਹਤ ਮਾਡਲ ਨੂੰ ਪੂਰੀ ਦੁਨੀਆ ਮੰਨਦੀ ਹੈ, ਪੂਰੇ ਦੇਸ਼ ਦੇ। ਬਿਹਾਰ ਦੇ ਨਵੇਂ ਐਜੂਕੇਸ਼ਨ ਮਿਨਿਸਟਰ, ਮੈਂ ਉਹਨਾਂ ਦਾ ਬਿਆਨ ਸੁਣ ਰਿਹਾ ਸੀ, ਉਹ ਕਹਿੰਦੇ ਅਗਰ ਅਸੀਂ ਬਿਹਾਰ ਦੇ ਵਿੱਚ ਸਿੱਖਿਆ ਪ੍ਰਣਾਲੀ ਨੂੰ ਠੀਕ ਕਰਨਾ, ਅਸੀਂ ਜਾ ਕੇ ਦਿੱਲੀ ਦੇਖ ਕੇ ਆਵਾਂਗੇ। ਅਮਰੀਕਾ ਦੇ ਪੂਰਵ ਰਾਸ਼ਟਰਪਤੀ ਡੋਨਲਡ ਟਰੰਪ ਦੇ ਜਦੋਂ ਵਾਈਫ ਆਉਂਦੇ ਨੇ, ਉਹ ਆ ਕੇ ਦਿੱਲੀ ਦੇ ਸਰਕਾਰੀ ਸਕੂਲ ਵਿਜ਼ਿਟ ਕਰਦੇ ਨੇ। ਬਹੁਤ ਸਾਰੇ ਅਲੱਗ-ਅਲੱਗ ਸੂਬਿਆਂ ਦੇ ਮੁੱਖ ਮੰਤਰੀ, ਸਿੱਖਿਆ ਮੰਤਰੀ ਜਾ ਕੇ ਦਿੱਲੀ ਦੇ ਮਾਡਲ ਨੂੰ ਸਟੱਡੀ ਕਰਦੇ ਨੇ। ਯੂਐਸ ਨੇ ਇੱਕ ਸਟੱਡੀ ਕਰਾਈ ਸੀ ਦਿੱਲੀ ਦੇ ਮੁਹੱਲਾ ਕਲੀਨਿਕਸ ਦੇ ਉੱਤੇ। ਸਾਡੇ ਦੋਨੋਂ ਹੀ ਮੰਤਰੀ, ਹੈਲਥ ਮਿਨਿਸਟਰ ਐਂਡ ਐਜੂਕੇਸ਼ਨ ਮਿਨਿਸਟਰ, ਇੱਕ ਆਲਰੇਡੀ ਉਹਨਾਂ ਨੂੰ ਈਡੀ ਨੇ ਧੱਕੇ ਨਾਲ ਜੇਲ੍ਹ 'ਚ ਰੱਖਿਆ ਹੋਇਆ ਤੇ ਸੈਕਿੰਡ ਡੇ ਘਰ ਆ ਰਹੇ। ਇਹਦਾ ਮਤਲਬ ਸਾਫ਼ ਹੈ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਟਾਈਲ ਆਫ ਪੋਲਿਟਿਕਸ ਨੂੰ ਡੀਰੇਲ ਕਰ ਦੂ। ਉਹ ਨਹੀਂ ਚਾਹੁੰਦੇ ਕਿ ਸਿੱਖਿਆ ਤੇ ਸਿਹਤ ਤੇ ਗੱਲ ਹੋਵੇ। ਅੱਜ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਦੀ ਨੇਰੀ ਪੂਰੇ ਦੇਸ਼ 'ਚ ਵਗ ਰਹੀ ਹੈ। ਗੁਜਰਾਤ ਦੇਖ ਲਓ, ਹਿਮਾਚਲ, ਹਰਿਆਣਾ, ਜੰਮੂ ਕਸ਼ਮੀਰ, ਨਾਰਥ ਈਸਟ, ਸਾਊਥ, ਲੋਕ ਗੱਲ ਕਰਨਾ ਸ਼ੁਰੂ ਕਰ ਗਏ। ਪਹਿਲੀ ਵਾਰੀ ਕੋਈ ਪਾਰਟੀ ਆਈ ਹੈ, ਪਹਿਲੀ ਜਿਹਨੇ ਇੱਕ ਤਾਂ ਇੱਕ ਸੂਬੇ 'ਚ ਕਰਕੇ ਦਿਖਾਤਾ, ਦੂਜੇ 'ਚ ਕੰਮ ਚੱਲ ਰਿਹਾ। ਪੰਜਾਬ ਦੇ ਵਿੱਚ ਹੁਣ ਤੋਂ ਪਹਿਲਾਂ ਦੱਸੋ ਕਿਹੜਾ ਇਦਾਂ ਦਾ ਸੀਗਾ ਕੋਈ ਡਿਸਪੈਂਸਰੀ ਸੀ ਜਿੱਥੇ ਡਾਕਟਰ ਵੀ ਮਿਲਦੇ ਹੋਣ, ਏਸੀ ਲੱਗੇ ਹੋਣ, ਸਾਫ਼ ਸਫਾਈ ਹੋਵੇ, ਟੈਸਟ ਹੁੰਦੇ ਹੋਣ, ਦਵਾਈਆਂ ਮਿਲਦੀਆਂ ਹੋਣ? ਇੱਕ ਵੀ ਨਹੀਂ ਸੀ। ਹੁਣ ਪੰਜਾਬੀਆਂ ਨੂੰ 100 ਦੇ ਕਰੀਬ ਪਤਾ ਇਸ ਵਕਤ ਇੱਕ ਵੀ ਇਦਾਂ ਦਾ ਸਕੂਲ ਨਹੀਂ ਆ ਵੱਡੇ ਵੱਡੇ ਸ਼ਹਿਰਾਂ 'ਚ ਜਿਹੜਾ ਸਰਕਾਰ ਪ੍ਰਾਈਵੇਟ ਨਾਲੋਂ ਵਧੀਆ ਹੋਵੇ। ਕਹਿ ਸਕਦੇ ਕਿ ਨਿਊਯਾਰਕ ਟਾਈਮ ਦੇ ਵਿੱਚ ਸਟੋਰੀ ਲੱਗਣਾ ਅਤੇ ਉਸ ਤੋਂ ਬਾਅਦ ਹੀ ਤੁਰੰਤ ਪ੍ਰਭਾਵ ਨਾਲ ਸੀਬੀਆਈ ਦੀ ਰੇਡ ਹੋਣਾ ਪੋਲੀਟੀਕਲ ਵੈਂਡੇਟਾ ਮੰਨ ਸਕਦੇ ਹੋ? ਇਹਨੂੰ ਤੁਸੀਂ ਪੋਲੀਟੀਕਲ ਵੈਂਡੇਟਾ ਕਹਿ ਲਓ, ਇਹਨੂੰ ਤੁਸੀਂ ਬੀਜੇਪੀ ਦਾ ਖੌਫ ਕਹਿ ਲਓ, ਬੀਜੇਪੀ ਦਾ ਡਰ ਕਹਿ ਲਓ, ਜੋ ਮਰਜ਼ੀ ਕਹਿ ਸਕਦੇ ਹੋ। ਬਟ ਮੈਂ ਤੁਹਾਨੂੰ ਇੱਕ ਗੱਲ ਦਾ ਯਕੀਨ ਦਿਵਾ ਦਾਂ ਕਿ ਅਸੀਂ ਰੁਕਣ ਵਾਲੇ ਨਹੀਂ ਹਾਂ। ਅਸੀਂ ਸਾਡੀ ਪਾਰਟੀ ਨੇ, ਸਾਡੇ ਨੇਤਾ ਅਰਵਿੰਦ ਕੇਜਰੀਵਾਲ ਜੀ ਨੇ ਥਾਮ ਲਿਆ ਕਿ ਦੇਸ਼ ਦਾ ਹਰ ਸਰਕਾਰੀ ਸਕੂਲ ਸ਼ਾਨਦਾਰ ਬਣਾਉਣਾ। ਪੰਜਾਬ ਦੇ ਵਿੱਚ 19,000 ਸਰਕਾਰੀ ਸਕੂਲ ਹੈ। ਅਸੀਂ ਆਉਣ ਵਾਲੇ ਦਿਨਾਂ 'ਚ, ਮੈਂ ਪਿੱਛੇ ਵੀ ਦੱਸਿਆ ਸੀ, ਸਰਵੇ ਕਰਕੇ ਕਿ ਸਕੂਲ ਦੀ ਰਿਪੋਰਟ ਜਨਤਕ ਕਰ ਦਾਂਗੇ ਕਿ ਸਕੂਲ ਦੇ ਇਨਫਰਾਸਟਰਕਚਰ ਲਈ ਇਹ ਹਾਲਾਤ ਹੈ। ਤੇ ਆਉਣ ਵਾਲੇ ਸਮੇਂ ਤੁਸੀਂ ਪੰਜਾਬ ਦੇ ਸਰਕਾਰੀ, ਜਿਵੇਂ ਹਜੇ ਤੱਕ ਸਿਰਫ ਦਿੱਲੀ ਦੇ ਲੱਗੇ ਆ, ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਵੀ ਨਿਊਯਾਰਕ ਟਾਈਮਸ ਲੈ ਕੇ ਆਵਾਂਗੇ। ਮੁੱਖ ਮੰਤਰੀ ਹੋਰਾਂ ਤੇ ਸੀਬੀਆਈ ਦੀ ਰੇਡ ਹੋਣਾ, ਸਿਹਤ ਮੰਤਰੀ ਹੋਰਾਂ ਤੇ ਈਡੀ ਦੀ ਰੇਡ ਹੋਣਾ, ਕਹਿ ਸਕਦੇ ਹਾਂ ਸੁਰੱਖਿਆ ਜੋ ਏਜੰਸੀਆਂ ਨੇ ਜਾਂ ਹੋਰ ਏਜੰਸੀਆਂ ਕਹਿ ਸਕਦੇ ਇਹਨਾਂ ਦੀਆਂ ਦੁਰਵਰਤੋਂ ਕੀਤੀ ਜਾ ਰਹੀ ਹੈ ਕੇਂਦਰ ਸਰਕਾਰ ਵੱਲੋਂ। ਯੈਸ, ਬਿਲਕੁਲ ਸਹੀ ਹੈ ਜੀ। ਉਹਨਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਤੇ ਆਪਣੇ ਜਿੱਥੇ ਹੋਣੀ ਚਾਹੀਦੀ ਹੈ ਰੇਡ, ਕਹਿੰਦੇ ਜੀ ਐਕਸਾਈਜ਼ ਪਾਲਿਸੀ 'ਚ ਰੇਡ ਕਰਤੀ। ਗੁਜਰਾਤ 'ਚ ਕਿਉਂ ਨਹੀਂ ਕੀਤੀ ਜੀ ਰੇਡ, ਜਿੱਥੇ 80 ਬੰਦੇ ਮਰ ਗਏ? ਜਿੱਥੇ ਡਰਾਈ ਸਟੇਟ ਹੋਣ ਦੇ ਬਾਵਜੂਦ ਤੁਸੀਂ ਸ਼ਰਾਬ ਕਿਵੇਂ ਪਹੁੰਚੀ? ਜਿੱਥੇ ਹਜ਼ਾਰਾਂ ਕਰੋੜ ਦਾ ਰੈਕਟ ਚੱਲਦਾ ਸ਼ਰਾਬ ਦਾ, ਉੱਥੇ ਰੇਡ ਨਹੀਂ।
ਤੇ ਜਿਸ ਸਟੇਟ ਦੇ ਵਿੱਚ ਇੱਕ ਐਕਸਾਈਜ਼ ਪਾਲਿਸੀ ਬਣੀ ਸੀ ਜਿਹਦੇ ਵਿੱਚ 4000 ਕਰੋੜ ਦਾ ਫਾਇਦਾ ਹੋਣਾ ਸੀ ਸੂਬੇ ਨੂੰ, ਕਹਿੰਦੇ ਜੋ ਘਟਾਲਾ ਹੈ ਜੀ। ਇਹ ਕਿੱਥੋਂ ਦਾ ਸਕੈਮ ਹੋਇਆ ਜੀ। ਤੇ ਇਸ ਕਰਕੇ ਬੀਜੇਪੀ ਆਪਣੀ ਲੱਖ ਚਾਲਾਂ ਚੱਲ ਪਵੇ, ਪਰ ਅਸੀਂ ਆਪਣੇ ਏਜੰਡੇ ਦੇ ਉੱਤੇ ਖੜੇ ਹਾਂ। ਅਸੀਂ ਸਕੂਲਾਂ ਦੇ ਉੱਤੇ, ਸਿੱਖਿਆ ਦੇ ਉੱਤੇ ਤੇ ਸਿਹਤ ਦੇ ਉੱਤੇ ਸ਼ਾਨਦਾਰ ਕੰਮ ਕਰਦੇ ਰਹਾਂਗੇ। ਹੋਏਗਾ ਬੀਜੇਪੀ ਕਹਿ ਰਹੀ ਹੈ ਕਿ ਪੂਰਨ ਤੌਰ ਤੇ ਸੀਬੀਆਈ ਜੋ ਕਰ ਰਹੀ ਹੈ ਕਾਨੂੰਨੀ ਤਰੀਕੇ ਨਾਲ ਕੰਮ ਕਰ ਰਹੀ ਹੈ, ਕਾਨੂੰਨੀ ਤਰੀਕੇ ਰਾਹੀਂ ਜਿਹੜੀ ਕਿ ਰੇਡ ਮਾਰੀ ਗਈ ਹੈ, ਸਾਰਾ ਕੁਝ ਕਪਲੇ ਦੇ ਇਹ ਕਹਿੰਦੇ ਜਿਹੜੇ ਸਬੂਤ ਆ ਉਸ ਦੇ ਆਧਾਰ ਤੇ ਜਿਹੜੀ ਕਿ ਰੇਡ ਹੋਈ। ਮੈਂ ਸਵੇਰੇ ਮਨੀਸ਼ ਸਿਸੋਦੀਆ ਜੀ ਦੇ ਜਦੋਂ ਮੈਂ ਦੇਖਿਆ ਟਵੀਟ ਦੇਖਿਆ, ਉਹਨੇ ਆਪ ਕਿਹਾ, ਉਹਨੇ ਸੀਬੀਆਈ ਦਾ ਵੈਲਕਮ ਕੀਤਾ ਤੇ ਉਹਨੇ ਕਿਹਾ ਮੈਂ ਇਸ ਜਾਂਚ ਦੇ ਵਿੱਚ ਜੋ ਮਰਜ਼ੀ, ਉਸ ਦਿੱਲੀ ਦੇ ਸਿੱਖਿਆ ਮੰਤਰੀ ਦੇ ਘਰੋਂ ਕੀ ਮਿਲਣਗੇ, ਕਿਤਾਬਾਂ ਮਿਲਣਗੀਆਂ, ਪੈਨ ਮਿਲ ਜਾਣਗੇ, ਕੁਛ ਤੁਸੀਂ ਕਹਿ ਸਕਦੇ ਹੋ ਨੋਟਸ ਮਿਲ ਜਾਣਗੇ ਕਿ ਦਿੱਲੀ ਦੇ ਸਕੂਲਾਂ ਨੂੰ ਕਿਵੇਂ ਠੀਕ ਕੀਤਾ, ਤੇ ਉਹਨੇ ਆਪ ਉਹਨਾਂ ਦੇ ਨਾਲ ਉਹ ਸਹਿਯੋਗ ਕਰ ਰਹੇ ਨੇ ਜੀ, ਲੱਭ ਕੇ ਲੈ ਕੇ ਆਉਣ। ਬਹੁਤ ਬਹੁਤ ਸ਼ੁਕਰੀਆ। ਸਾਡੇ ਨਾਲ ਹਰਜੋਤ ਬੈਂਸ ਜੀ ਮੌਜੂਦ ਸਨ, ਜਿਨ੍ਹਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਸੀਬੀਆਈ ਵੱਲੋਂ ਜੋ ਰੇਡ ਮਾਰੀ ਗਈ ਉਸ ਦੇ ਵਿੱਚ ਪੂਰਨ ਤੌਰ ਤੇ ਸਹਿਯੋਗ ਦੇਣਗੇ, ਪਰ ਪੋਲੀਟੀਕਲ ਵੰਡੇਟਾ ਦੇ ਤਹਿਤ ਜਿਹੜਾ ਕੀ ਕੇਂਦਰ ਸਰਕਾਰ ਵੱਲੋਂ ਕੰਮ ਕੀਤਾ ਜਾ ਰਿਹਾ ਹੈ। ਕੈਮਰਾਮੈਨ ਗਗਨ ਦੇ ਨਾਲ ਕਮਲਦੀਪ ਲਿਵਿੰਗ ਨਿਊਜ਼ ਚੰਡੀਗੜ੍ਹ।